ਜ਼ਿਲ੍ਹਾ ਅੰਮ੍ਰਿਤਸਰ 'ਚ ਇਸ ਵੇਲੇ ਜੋ ਕੋਵਿਡ ਦੀ ਸਥਿਤੀ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਕਾਫੀ ਜਿਹੜਾ ਹੈ ਇਸ ਵੇਲੇ ਕੋਵਿਡ ਜਿਹੜਾ ਹੈ ਪੂਰੇ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ ਔਰ ਕਾਫੀ ਲੋਕ ਜਿਹੜੇ ਹੈ ਇਹ ਤੋਂ ਇਸ ਵੇਲੇ ਹੁਣ ਗ੍ਰਸਤ ਹੋ ਚੁੱਕੇ ਨੇ ਔਰ ਇਹ ਕੋਵਿਡ ਜਿਹੜਾ ਹੈ ਤਕਰੀਬਨ ਹਰ ਘਰ ਦੇ ਵਿੱਚ ਜਿਹੜਾ ਹੈ ਦਸਤਕ ਇਸ ਵੇਲੇ ਦੇ ਚੁੱਕਾ ਹੈ। ਜਿੰਨੇ ਵੀ ਹਸਪੀਟਲਸ ਨੇ ਸਾਡੇ ਸਰਕਾਰੀ ਹਸਪੀਟਲਸ ਨੇ ਉਹਨਾਂ ਦੇ ਵਿੱਚ ਮਰੀਜ਼ਾਂ ਦੀ ਤਾਦਾਦ ਕਾਫੀ ਹੁਣ ਵੱਧ ਚੁੱਕੀ ਹੈ। ਆਕਸੀਜਨ ਨੂੰ ਲੈ ਕੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਭਾਵੇਂ ਕਿ ਅਸੀਂ ਇਨਸ਼ੋਰ ਕਰਵਾ ਰਹੇ ਹਾਂ ਕਿ ਸਪਲਾਈ ਬਿਲਕੁਲ ਰੈਗੂਲਰ ਹਰ ਹਸਪਤਾਲ ਨੂੰ ਮਿਲੇ ਔਰ ਪਹੁੰਚੇ, ਲੇਕਿਨ ਇਹ ਵੀ ਸੱਚਾਈ ਹੈ ਕਿ ਆਕਸੀਜਨ ਇਸ ਵੇਲੇ ਜਿਹੜੀ ਹੈ ਕਾਫੀ ਕਿੱਲਤ ਹੈ ਔਰ ਇੱਕ ਬੂੰਦ ਆਕਸੀਜਨ ਦੀ ਸਾਨੂੰ ਬੜੇ ਧਿਆਨ ਨਾਲ ਵਰਤਣ ਦੀ ਲੋੜ ਹੈ ਔਰ ਇਹਦੇ ਬਾਰੇ ਅਸੀਂ ਸਾਰੇ ਹਸਪੀਟਲਸ ਦੇ ਨਾਲ ਵੀ ਜਿਹੜਾ ਹੈ ਮੀਟਿੰਗਸ ਕਰ ਚੁੱਕੇ ਹਾਂ ਔਰ ਸਾਰੇ ਇਸ ਗੱਲ ਤੋਂ ਸੁਚੇਤ ਨੇ ਔਰ ਹਰ ਇੱਕ ਨੇ ਆਪਣੀ ਆਪਣੀ ਕੰਜ਼ੰਪਸ਼ਨ ਨੂੰ ਪ੍ਰੋਪਰ ਢੰਗ ਦੇ ਨਾਲ ਮੋਨੀਟਰ ਕੀਤਾ ਹੈ ਔਰ ਆਕਸੀਜਨ ਆਡਿਟ ਵੀ ਕਰਵਾ ਰਹੇ ਨੇ। ਪਹਿਲਾਂ ਜਿਹੜੀਆਂ ਹਦਾਇਤਾਂ ਸਾਡੀਆਂ ਸੀ ਜਿਹਦੇ ਵਿੱਚ ਸਾਡੇ ਕਰਫਿਊ ਅਸੀਂ ਲਗਾਇਆ ਹੈ, ਵੀਕਐਂਡ ਕਰਫਿਊ ਹੈ, ਉਹ ਸਾਰੀਆਂ ਹਦਾਇਤਾਂ ਦੇ ਨਾਲ ਸਰਕਾਰ ਵੱਲੋਂ ਹੁਣ ਕੁਝ ਐਡੀਸ਼ਨਲ ਰਿਸਟ੍ਰਿਕਸ਼ਨਸ ਵੀ ਲਗਾਈਆਂ ਗਈਆਂ ਨੇ ਕਿਉਂਕਿ ਬਿਮਾਰੀ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਦੇਖਿਆ ਜਾ ਰਿਹਾ ਹੈ ਕਿ ਜੇ ਅਸੀਂ ਹੁਣ ਸਖਤ ਕਦਮ ਨਹੀਂ ਉਠਾਵਾਂਗੇ ਤੇ ਆਉਣ ਵਾਲੇ 8-10 ਦਿਨ ਜਿਹੜੇ ਹੈਗੇ ਆ ਇਹ ਸਥਿਤੀ ਸਾਡੇ ਤੋਂ ਜਿਹੜਾ ਹੈ ਹੋ ਸਕਦਾ ਹੋਰ ਵਿਰਾਟ ਰੂਪ ਲੈ ਲਵੇ ਔਰ ਆਪਾਂ ਸਾਰੇ ਕਾਫੀ ਮੁਸ਼ਕਲ ਵਿੱਚ ਉਸ ਸਥਿਤੀ ਵਿੱਚ ਆ ਜਾਵਾਂਗੇ। ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਿੰਨੀਆਂ ਹੁਣ ਤੱਕ ਰਿਸਟ੍ਰਿਕਸ਼ਨਸ ਲੱਗੀਆਂ ਨੇ ਕਿਰਪਾ ਕਰਕੇ ਉਹਨਾਂ ਨੂੰ ਜਿਹੜਾ ਹੈ ਫੋਲੋ ਕਰੋ ਔਰ ਹਰ ਪਰਿਵਾਰ ਨੂੰ ਇਹ ਅਪੀਲ ਹੈ ਕਿ ਤੁਸੀਂ ਆਉਣ ਵਾਲੇ 15 ਦਿਨ ਕਿਰਪਾ ਕਰਕੇ ਆਪਣੇ ਘਰਾਂ ਦੇ ਵਿੱਚ ਰਹਿ ਕੇ ਹੀ ਜਿਹੜੇ ਆਪਣੇ ਸਾਰੇ ਮੁਨਾਸਿਬ ਕੰਮ ਕਰਨ ਵਾਲੇ ਨੇ ਉਹ ਕਰੋ। ਬੱਚਿਆਂ ਨੂੰ ਬਾਹਰ ਨਾ ਜਾਣ ਦਿਓ, ਬਜ਼ੁਰਗ ਜਿਹੜੇ ਨੇ ਉਹ ਘਰ 'ਚ ਰਹਿਣ। ਜਿੰਨੇ ਵੀ ਘਰੋਂ ਬਾਹਰ ਜਾਣਾ ਹੈ ਉਹ ਸਿਰਫ ਉਹਨਾਂ ਕੰਮਾਂ ਲਈ ਜਿਹੜੇ ਅਸੈਂਸ਼ੀਅਲ ਹੈਗੇ ਨੇ ਆਪਣੀ ਲਾਈਫ ਵਾਸਤੇ ਉਹਨਾਂ ਲਈ ਬਾਹਰ ਨਿਕਲਣ ਔਰ ਆਪਣੇ ਉਹਨਾਂ ਸਮਾਨ ਜਿੰਨਾ ਕੋ ਲੋੜ ਹੈ ਲੈ ਕੇ ਆਪਣੇ ਜਿਹੜਾ ਹੈ ਘਰਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਰਹਿਣ ਨੂੰ ਤਰਜੀਹ ਦੇਣ ਕਿਉਂਕਿ ਬਾਹਰ ਘੁੰਮਣਾ ਫਿਰਨਾ ਜਿਹੜਾ ਹੈ ਕਿਉਂਕਿ ਇਨਫੈਕਸ਼ਨ ਇਸ ਲੈਵਲ ਤੱਕ ਫੈਲੀ ਹੈ ਕਿ ਕੋਈ ਵੀ ਬੰਦਾ ਜੇ ਬਾਹਰ ਜਾ ਰਿਹਾ ਹੈ ਤੇ ਉਹ ਜਿਹੜਾ ਹੈ ਇਹ ਤੋਂ ਗ੍ਰਸਤ ਹੋ ਕੇ ਵਾਪਸ ਆਉਂਦਾ ਹੈ ਔਰ ਘਰ ਦੇ ਵਿੱਚ ਕੋਈ ਵੀ ਮਰੀਜ਼ ਹੈ ਉਹਨੂੰ ਇਹ ਬਿਮਾਰੀ ਟ੍ਰਾਂਸਫਰ ਹੋ ਜਾਂਦੀ ਹੈ ਔਰ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ 100 ਤੋਂ 85% ਲੋਕ ਜਿਹੜੇ ਨੇ ਉਹ ਕਈ ਵਾਰੀ ਏਸਿਮਟੋਮੈਟਿਕ ਰਹਿ ਜਾਂਦੇ ਨੇ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ। 15% ਲੋਕਾਂ ਦੇ ਵਿੱਚ ਇਹ ਬਿਮਾਰੀ ਜਿਹੜੇ ਆਪਣੇ ਲੱਛਣ ਜਿਹੜੇ ਬਹੁਤ ਦਿਖਾਉਂਦੀ ਹੈ। 5% ਦੇ ਵਿੱਚ ਇਹ ਕਾਫੀ ਐਗਰਾਵੇਟ ਹੋ ਜਾਂਦੀ ਹੈ ਔਰ 1% ਦੇ ਵਿੱਚ ਇਹ ਜਿਹੜਾ ਹੈ ਮੋਰਟੈਲਿਟੀ ਇੱਥੋਂ ਤੱਕ ਵੱਧ ਜਾਂਦੀ ਹੈ ਸਿਵੀਅਰਿਟੀ ਇਸ ਡਿਜ਼ੀਜ਼ ਦੀ ਕਿ ਉਹਨਾਂ ਵਿਅਕਤੀਆਂ ਦੀ ਜਿਹੜੀ ਹੈ ਇਹ ਜਾਨਲੇਵਾ ਸਾਬਤ ਹੁੰਦੀ ਹੈ। ਸੋ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਇਹ ਭਾਵੇਂ ਪਰਸੈਂਟੇਜ ਬਹੁਤ ਥੋੜ੍ਹੀ ਲੱਗਦੀ ਹੈ ਲੇਕਿਨ ਜਿਹੜੀ ਸਾਡੀ ਜਨਸੰਖਿਆ ਹੈ ਉਹਦੇ ਵਿੱਚ ਇਹ ਨੰਬਰ ਇੰਨਾ ਜ਼ਿਆਦਾ ਬਣ ਜਾਂਦਾ ਹੈ ਕਿ ਸਾਡੇ ਕੋਲ ਉਸ ਲੈਵਲ ਦੀ ਮੈਡੀਕਲ ਵਿਵਸਥਾ, ਉਹਨੇ ਬੈੱਡਸ ਔਰ ਉਹਨਾਂ ਦੇ ਉਸ ਲੈਵਲ ਦੀ ਦੇਖ ਰੇਖ ਕਰਨ ਲਈ ਜਿਹੜੀ ਹੈ ਉਹ ਹਮੇਸ਼ਾ ਹੀ ਘਾਟ ਰਹਿੰਦੀ ਹੈ। ਸੋ ਇਸ ਕਰਕੇ ਇਸ ਸਮੇਂ ਇਹ ਬਿਹਤਰ ਹੈ ਕਿ ਅਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਰਹੀਏ ਔਰ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਲੱਛਣ ਹੈ, ਸਾਡੇ ਕੰਟਰੋਲ ਰੂਮਾਂ ਦੇ ਨੰਬਰ ਅਸੀਂ ਪਹਿਲਾਂ ਵੀ ਸ਼ਾਇਆ ਕਰ ਚੁੱਕੇ, ਉੱਥੇ ਸੰਪਰਕ ਕਰੋ, 104 ਉੱਤੇ ਸੰਪਰਕ ਕਰੋ ਔਰ ਜਿਹੜਾ ਵੀ ਹਸਪੀਟਲ ਜਿਹੜਾ ਹੈ ਜਿੱਥੇ ਬੈੱਡ ਅਵੇਲੇਬਲ ਹੈ, ਜੇ ਕਿਤੇ ਮੁਸ਼ਕਲ ਆ ਰਹੀ ਹੈ ਸਾਡਾ ਗਵਰਨਮੈਂਟ ਮੈਡੀਕਲ ਕਾਲਜ ਸਾਡੇ ਬੈੱਡਸ ਅਵੇਲੇਬਲ ਹੈਗੇ ਨੇ, ਕਿਰਪਾ ਕਰਕੇ ਤੁਸੀਂ ਉੱਥੇ ਵੀ ਜਿਹੜਾ ਹੈ ਸਾਨੂੰ ਤੁਸੀਂ ਅਪਰੋਚ ਕਰ ਸਕਦੇ ਹੈਗੇ ਆ। ਸੋ ਕੁਝ ਜਿਹੜੀਆਂ ਐਡੀਸ਼ਨਲ ਰਿਸਟ੍ਰਿਕਸ਼ਨਸ ਹੈ ਜਿਹੜੀਆਂ ਹੁਣ ਇਮੀਡੀਏਟਲੀ ਲਾਗੂ ਹੋ ਰਹੀਆਂ ਨੇ ਮੈਂ ਉਹ ਦੁਬਾਰਾ ਦੱਸ ਦਿੰਦਾ। ਹੁਣ ਸਿਰਫ ਤੇ ਸਿਰਫ ਅਸੈਂਸ਼ੀਅਲ ਕਮੋਡਿਟੀਜ਼ ਵਾਲੀਆਂ ਦੁਕਾਨਾਂ ਜਿਨ੍ਹਾਂ ਦੇ ਵਿੱਚ ਕੈਮਿਸਟ ਸ਼ਾਪਸ, ਦੁੱਧ, ਖਾਣ ਪੀਣ, ਫਰੂਟ, ਡੇਅਰੀ, ਪੋਲਟਰੀ, ਐਗਸ, ਮੀਟ, ਮੋਬਾਈਲ ਰਿਪੇਅਰ ਜੇ ਕੋਈ ਜ਼ਰੂਰੀ ਹੈ ਤੇ ਜਿਹੜੇ ਐਗਰੀਕਲਚਰ ਸੀਡਸ, ਇਹਨਾਂ ਦੀਆਂ ਜਿਹੜੀਆਂ ਦੁਕਾਨਾਂ ਨੇ ਜਿਨ੍ਹਾਂ ਨਾਲ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹਨਾਂ ਦੀ ਲੋੜ ਪੈਂਦੀ ਹੈ, ਇਹ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਲੈਬੋਰਟਰੀਜ਼, ਮੈਡੀਕਲ ਲੈਬੋਰਟਰੀਜ਼, ਨਰਸਿੰਗ ਹੋਮਸ, ਮੈਡੀਕਲ ਐਸਟੈਬਲਿਸ਼ਮੈਂਟਸ ਜਿਹੜੇ ਨੇ ਇਹ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਦੁਕਾਨ, ਚਾਹੇ ਉਹ ਮੁਨਿਆਰੀ ਦੀ ਹੈ, ਕੱਪੜੇ ਦੀ ਹੈ, ਹੋਰ ਕਿਸੇ ਕਿਸਮ ਦੀਆਂ ਦੁਕਾਨਾਂ ਨੇ, ਉਹ ਸਾਰੀਆਂ ਬੰਦ ਰਹਿਣਗੀਆਂ। ਔਰ ਪਿਛਲੇ ਸਮੇਂ 'ਚ ਇਹ ਦੇਖਣ 'ਚ ਆਇਆ
कि कई बारी कोई बंदा अपनी सिर्फ दुकान खोलण करके 4 पैकेट दुੱਧ ਦੇ ਰੱਖ ਲੈਂਦਾ ਹੈ ਜਾਂ ਥੋੜੀ ਉੱਥੇ ਇਹੋ ਜਿਹਾ ਸਮਾਨ ਰੱਖ ਲੈਂਦਾ ਹੈ ਕਿ ਸ਼ਾਇਦ ਮੈਂ ਐਸੈਂਸ਼ੀਅਲ ਕਮੋਡਿਟੀਜ਼ ਨੂੰ ਦਿਖਾ ਕੇ ਆਪਣਾ ਦੂਸਰਾ ਕਿੱਤਾ ਚਲਾ ਪਾਵਾਂ। ਇਹ ਉਹਨਾਂ ਵੀਰਾਂ ਨੂੰ ਸਖਤ ਹਦਾਇਤ ਹੈ ਕਿ ਕੇਵਲ ਤੇ ਕੇਵਲ ਜਿਹੜੇ ਐਸੈਂਸ਼ੀਅਲ ਕਮੋਡਿਟੀਜ਼ ਨਾਲ ਡੀਲ ਕਰਦੇ ਨੇ ਉਹੀ ਦੁਕਾਨਾਂ ਖੁੱਲੀਆਂ ਰਹਿਣ ਔਰ ਦੂਸਰਾ ਕੋਈ ਜਿਹੜਾ ਹੈ ਇਸ ਤਰੀਕੇ ਦੀ ਜਿਹੜੀ ਹੈ ਕਾਰਵਾਈ ਨਾ ਕਰੇ, ਕਿਉਂਕਿ ਮੇਨ ਸਾਡਾ ਪਰਪਸ ਹੈ ਕਿ ਲੋਕਾਂ ਦੀ ਆਵਾਜਾਈ ਘਟਾਈਏ ਔਰ ਲੋਕਾਂ ਨੂੰ ਜਿਹੜਾ ਹੈ ਘਰਾਂ 'ਚ ਹੀ ਰਹਿਣ ਲਈ ਅਸੀਂ ਜਿਹੜਾ ਹੈ ਪ੍ਰੇਰਿਤ ਕਰੀਏ। ਔਰ ਬਾਹਰ ਵਾਲੇ ਆਉਣ ਵਾਲੇ ਵਿਅਕਤੀਆਂ ਵਾਸਤੇ 72 ਘੰਟੇ ਤੋਂ ਪਹਿਲਾਂ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। ਜੇ ਕੋਈ ਬਾਹਰੋਂ ਆ ਰਿਹਾ ਹੈ, ਵੈਕਸੀਨੇਸ਼ਨ ਸਰਟੀਫਿਕੇਟ ਐਟਲੀਸਟ ਘੱਟੋ ਘੱਟ 1 ਡੋਜ਼ ਲਈ ਹੋਵੇ 2 ਵੀਕ ਪੁਰਾਣੀ, ਉਹ ਲਾਜ਼ਮੀ ਹੋ ਗਿਆ ਹੈ। ਜੇ ਕੋਈ ਬਾਹਰੋਂ ਆਉਂਦਾ ਹੈ, ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ 50% ਜਿਹੜੀ ਸਟਰੈਂਥ ਹੈਗੀ ਹੈ ਉਹ ਉਹਦੇ 'ਤੇ ਵਰਕ ਕਰਨਗੇ ਔਰ ਜਿਹੜਾ ਹੈ ਕੋਵਿਡ ਮੈਨੇਜਮੈਂਟ ਦੇ ਨਾਲ ਜਿਹੜੇ ਦਫ਼ਤਰ ਲੱਗੇ ਹੈਗੇ ਨੇ ਉਹਨਾਂ ਨੂੰ ਇਹ ਤੋਂ ਛੋਟ ਹੈ, ਉਹ ਸਾਰੇ ਦੇ ਸਾਰੇ ਪੂਰੀ ਸਟਰੈਂਥ 'ਚ ਕੰਮ ਕਰਨਗੇ। 4 ਵੀਲਰਸ ਦੇ ਵਿੱਚ ਕੇਵਲ 2 ਪੈਸੇਂਜਰਸ ਤੇ ਨਾਲ ਜਿਹੜਾ ਹੈ ਡਰਾਈਵਰ ਅਲਾਊ ਹੋਏਗਾ। 2 ਵੀਲਰਸ ਦੇ ਵਿੱਚ ਜਿਹੜਾ ਹੈ ਪਿਲੀਅਨ ਰਾਈਡਿੰਗ ਜਿਹੜੀ ਹੈ ਉਹ ਬੰਦ ਹੈ, ਕੇਵਲ ਇੱਕੋ ਪਰਿਵਾਰ ਦੇ 2 ਮੈਂਬਰ ਜਿਹੜੇ ਨੇ ਉਹਦੇ 'ਤੇ ਸਵਾਰੀ ਕਰ ਸਕਦੇ ਨੇ। ਵੈਡਿੰਗ ਸੈਰੇਮਨੀਜ਼, ਫਿਊਨਰਲਸ, ਇਹਨਾਂ ਵਾਸਤੇ ਜਿਹੜੀ ਗੈਦਰਿੰਗਸ ਹੈਗੀ ਹੈ ਇਹ 10 ਬੰਦਿਆਂ ਦੀ ਗੈਦਰਿੰਗ ਦੀ ਜਿਹੜੀ ਲਿਮਟ ਹੈ ਉਹ ਫਿਕਸ ਕਰ ਦਿੱਤੀ ਗਈ ਹੈਗੀ ਹੈ। ਪਿੰਡਾਂ 'ਚ ਠਿਕਰੀ ਪਹਿਰੇ ਔਰ ਉਹ ਨਾਈਟ ਕਰਫਿਊ ਨੂੰ ਲਾਗੂ ਕਰਨ ਲਈ ਠਿਕਰੀ ਪਹਿਰਿਆਂ ਦੇ ਆਰਡਰਸ ਕੀਤੇ ਜਾ ਰਹੇ ਹੈਗੇ ਨੇ। ਸਬਜ਼ੀ ਮੰਡੀਆਂ ਦੇ ਵਿੱਚ ਦੇਖਣ 'ਚ ਆਇਆ ਕਿ ਸਵੇਰੇ ਆਮ ਲੋਕ ਵੀ ਸਬਜ਼ੀ ਖਰੀਦਣ ਚਲੇ ਜਾਂਦੇ ਨੇ, ਜਦੋਂ ਕਿ ਸਬਜ਼ੀ ਮੰਡੀਆਂ ਸਿਰਫ ਹੋਲਸੇਲਰਸ ਨੂੰ ਦੇਣ ਵਾਸਤੇ ਹੈਗੀਆਂ ਨੇ ਔਰ ਹੋਲਸੇਲਰਸ ਤੋਂ ਬਾਅਦ ਰਿਟੇਲਰਸ ਨੇ ਜਿਹੜੇ ਘਰਾਂ ਤੱਕ ਪਹੁੰਚ ਕਰਨੀ ਹੈ ਉਹ ਉੱਥੋਂ ਮਾਲ ਲੈਣਗੇ। ਲੋਕਾਂ ਨੂੰ ਬੇਨਤੀ ਹੈ ਕਿ ਉਹ ਮੰਡੀਆਂ ਦੇ ਵਿੱਚ ਰਸ਼ ਘਟਾਉਣ ਔਰ ਆਪ ਉੱਥੇ ਨਾ ਜਾਣ। ਇਹ ਜਿਹੜਾ ਕਾਰੋਬਾਰ ਸਵੇਰੇ ਤੜਕਸਾਰ ਉਹਨਾਂ ਨੂੰ ਕਰਨ ਦੀ ਆਗਿਆ ਹੋਵੇਗੀ, ਲੇਕਿਨ ਜਿਹੜੇ ਹੈ ਲੋਕ ਆਮ ਤੌਰ 'ਤੇ ਉੱਥੇ ਜਿਹੜਾ ਨਾ ਜਾਣ, ਉਹਨਾਂ ਤੱਕ ਪਹੁੰਚ ਜਿਹੜੀ ਹੈ ਜੋ ਉਹਨਾਂ ਦਾ ਰਿਟੇਲ ਸਿਸਟਮ ਬਣਿਆ ਹੈ ਉਹਦੇ ਰਾਹੀਂ ਹੀ ਹੋਏਗੀ। ਕਿਸਾਨ ਜਥੇਬੰਦੀਆਂ ਤੇ ਸਾਡੇ ਧਾਰਮਿਕ ਲੀਡਰਸ ਨੂੰ ਜਿਹੜਾ ਹੈ ਇਹ ਅਸੀਂ ਇਹਦੇ ਵਿੱਚ ਬੇਨਤੀ ਕੀਤੀ ਹੈ ਕਿ ਆਪਣੇ ਧਰਨਾ ਪ੍ਰਦਰਸ਼ਨ ਗੈਦਰਿੰਗਸ ਜਿਹੜਾ ਹੈ ਉਹਨਾਂ ਨੂੰ ਬਿਲਕੁਲ ਘਟਾ ਕੇ, ਜੇ ਬਿਲਕੁਲ ਸਿੰਬੋਲਿਕ ਤੁਸੀਂ ਕਰਨਾ ਹੈ ਤੇ 2 4 5 ਬੰਦੇ ਰਹਿ ਕੇ ਕਰ ਸਕਦੇ ਨੇ, ਲੇਕਿਨ ਇਹਨੂੰ ਬੰਦ ਕੀਤਾ ਜਾਵੇ, ਧਰਨੇ ਪ੍ਰਦਰਸ਼ਨ ਨਾ ਕੀਤੇ ਜਾਣ। ਇਹ ਇੱਕ ਜਨਹਿਤ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈਗੀ ਹੈ। ਜਿਹੜੀਆਂ ਰਿਲੀਜੀਅਸ ਪਲੇਸਿਸ ਹੈਗੀਆਂ ਨੇ, ਗੁਰਦੁਆਰੇ, ਮੰਦਿਰ, ਉਹਨਾਂ ਨੂੰ ਵੀ ਬੇਨਤੀ ਹੈ ਕਿ ਸ਼ਾਮ 6 ਵਜੇ ਤੋਂ ਬਾਅਦ ਸੰਗਤਾਂ ਨੂੰ ਜਿਹੜਾ ਹੈ ਉੱਥੇ ਆਉਣ 'ਤੇ ਕਿਹਾ ਜਾਵੇ ਕਿ ਸਵੇਰੇ ਦਰਸ਼ਨ ਮੱਥਾ ਟੇਕ ਲੈਣ, ਲੇਕਿਨ ਉਸ ਤੋਂ ਬਾਅਦ ਉੱਥੇ ਮਨਾਹੀ ਹੋਵੇਗੀ, ਕਿਉਂਕਿ ਧਾਰਮਿਕ ਥਾਵਾਂ 'ਤੇ ਅਸੀਂ ਦੇਖ ਰਹੇ ਹਾਂ ਬਹੁਤ ਜ਼ਿਆਦਾ ਰਸ਼ ਹੈਗਾ ਔਰ ਉੱਥੇ ਲੋਕ ਜਿਹੜਾ ਹੈ ਮਾਸਕ ਪਾਉਣ ਤੋਂ ਵੀ ਗੁਰੇਜ਼ ਕਰ ਰਹੇ ਨੇ। ਇਹਨਾਂ ਨੂੰ ਇਹ ਬੇਨਤੀ ਹੈ ਕਿ ਉੱਥੇ ਤੁਸੀਂ ਜਿਹੜਾ ਹੈ ਭੀੜ ਘਟਾਓ ਔਰ ਜੇ ਕੋਈ ਉੱਥੇ ਜਾਂਦਾ ਹੈ ਤੇ ਮਾਸਕ ਜ਼ਰੂਰ ਪਾਵੇ, ਕਿਉਂਕਿ ਬਿਮਾਰੀ ਜਿਹੜੀ ਹੈ ਇਸ ਵੇਲੇ ਆਪਣੇ ਪੂਰਾ ਭਿਆਨਕ ਰੂਪ ਲੈ ਚੁੱਕੀ ਹੈ। ਸਾਡੇ ਵੱਲੋਂ ਜੇ ਕਿਸੇ ਨੇ ਆਕਸੀਜਨ ਜਿਹੜੀ ਹੈ ਉਹ ਵੀ ਧਿਆਨ 'ਚ ਆ ਰਿਹਾ ਕਿ ਕਈ ਲੋਕਾਂ ਨੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਆਕਸੀਜਨ ਦੇ ਸਿਲੰਡਰਸ ਜਿਹੜੇ ਹੈਗੇ ਨੇ ਉਹਨਾਂ ਦੀ ਹੋਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਇਹਨਾਂ ਦੇ ਪ੍ਰਾਈਸਿਸ ਵੀ ਜ਼ਰੂਰਤ ਤੋਂ ਜ਼ਿਆਦਾ ਹਾਈਪ ਕਰ ਦਿੱਤੇ ਨੇ। ਉਹਨਾਂ ਵਾਸਤੇ ਵੀ ਅਸੀਂ ਜਿਹੜਾ ਹੈ ਸਖਤ ਕਾਰਵਾਈ ਕਰ ਰਹੇ ਹਾਂ ਕਿ ਇਹੋ ਜਿਹੇ ਕਿਸੇ ਨੂੰ ਹੋਰਡਿੰਗ ਕਰਨ ਦੀ ਅਲਾਊਡ ਨਹੀਂ ਹੋਏਗਾ। RT-PCR ਟੈਸਟਿੰਗ ਜਿਹੜੀ ਹੈ, ਜਿਹੜੇ ਅਸੀਂ ਦੇਖਿਆ ਹੈ ਕਿ ਤੁਹਾਡੇ ਸਟਰੀਟ ਵੈਂਡਰਸ ਨੇ ਜਿੱਥੋਂ ਆਮ ਲੋਕ ਆ ਕੇ ਆਪਣਾ ਸਮਾਨ ਖਰੀਦਦੇ ਨੇ, ਚਾਹੇ ਉਹ ਗੋਲ ਗੱਪੇ ਦੀਆਂ ਦੁਕਾਨਾਂ ਨੇ, ਫਰੂਟ ਵਾਲੀ ਕੋਈ ਦੁਕਾਨ ਹੈ, ਉੱਥੇ ਕਾਫੀ ਭੀੜ ਭੜੱਕਾ ਹੋ ਜਾਂਦਾ ਹੈ। ਸਟਰੀਟ ਵੈਂਡਰਸ ਦੇ ਅਤੇ ਰੇਹੜੀ ਵਾਲਿਆਂ ਦੇ ਜਿਹੜੇ ਹੈ ਟੈਸਟਿੰਗ ਅਸੀਂ ਉਹਨਾਂ ਨੂੰ ਕਰਨ ਦੀ ਹਦਾਇਤ ਕੀਤੀ ਹੈ, ਤਾਂ ਕਿ ਇਹ ਨਾ ਹੋਵੇ ਵੀ ਉਹ ਇੱਕ ਬੰਦਾ ਇਨਫੈਕਟਡ ਹੋਵੇ ਔਰ ਉਹ ਜਿੰਨੇ ਵੀ ਉਹਨਾਂ ਕੋਲ ਗਾਹਕ ਆ ਰਹੇ ਹੈ ਇਹ ਬਿਮਾਰੀ ਉਹਨਾਂ ਨੂੰ ਗਾਹ ਉੱਥੇ ਟ੍ਰਾਂਸਫਰ ਹੋ ਜਾਵੇ। ਸੋ ਇਸ ਤਰੀਕੇ ਦੀ ਜਿਹੜੀ ਚੀਜ਼ ਹੈ ਅਸੀਂ ਇਹਨੂੰ ਸਖਤੀ ਨਾਲ ਲਾਗੂ ਕਰਨ ਜਾ ਰਹੇ ਹਾਂ। ਬਾਕੀ ਜਿਹੜੇ ਸਟੈਪਸ ਨੇ ਜਿਨ੍ਹਾਂ ਦੇ ਉੱਤੇ ਆਲਰੇਡੀ ਅਸੀਂ ਪਹਿਲਾਂ ਦੱਸਿਆ ਹੈ, ਹਰ ਰੋਜ਼ 6 ਵਜੇ ਤੋਂ ਜਿਹੜਾ ਹੈ ਅਗਲੇ ਦਿਨ 5 ਵਜੇ ਤੱਕ ਸਵੇਰੇ ਕਰਫਿਊ ਰਹੇਗਾ ਔਰ ਵੀਕਐਂਡ ਕਰਫਿਊ 6 PM ਸ਼ੁੱਕਰਵਾਰ ਨੂੰ ਲੱਗ ਕੇ 5 ਵਜੇ ਮੰਡੇ ਤੱਕ ਲੱਗਿਆ ਰਹੇਗਾ ਔਰ ਇਹਦੀ ਪੂਰੀ ਸਖਤੀ ਦੇ ਨਾਲ ਪਾਲਣਾ ਕੀਤੀ ਜਾਵੇਗੀ ਔਰ ਕਿਸੇ ਨੂੰ ਵੀ ਉੱਥੇ ਘੁੰਮਣ ਫਿਰਨ ਦੀ ਆਗਿਆ ਨਹੀਂ ਹੋਏਗੀ। ਔਰ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਟਰਾਂਸਪੋਰਟ ਬੱਸਿਸ ਦੇ ਵਿੱਚ, ਉਹਦੇ ਵਿੱਚ ਵੀ ਸਾਰੀਆਂ ਜਿੰਨੇ ਪਬਲਿਕ ਟਰਾਂਸਪੋਰਟ ਹੈ 50% ਕਪੈਸਿਟੀ ਤੱਕ ਲੋਕਾਂ ਨੂੰ ਬੈਠਣ ਦੀ ਆਗਿਆ ਹੈਗੀ ਹੈ, ਤਾਂ ਕਿ ਉੱਥੇ ਦੂਰੀ ਪ੍ਰੋਪਰ ਹੈ ਜਿਹੜੀ ਹੈ ਸਮਾਜਿਕ ਦੂਰੀ ਬਣਾਈ ਜਾ ਸਕੇ। ਹਰ ਤਰ੍ਹਾਂ ਦੇ ਸਿਨੇਮਾ ਹਾਲਸ, ਬਾਰਸ, ਜਿਮ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟ ਕੰਪਲੈਕਸਿਸ ਵਗੈਰਾ ਇਹ ਸਾਰੇ ਦੇ ਸਾਰੇ ਬੰਦ ਰਹਿਣਗੇ।
हर तरह के रेस्टोरेंट्स जिहड़े ने अंदर बैठ के खाने की मनाही है, सिर्फ उत्थे टेकअवे जिहड़ा है खाने का वो लिया जा सकता हैगा। और होम डिलीवरी भी रात 9 बजे तक ही अलाउड है, उस तो बाद होम डिलीवरी भी नहीं करन दी जाएगी। और जे कोई इस तरीके का कोई भी अदारा रात को इसकी वायलेशन करता पाया गया तो उहदे ते सख्त कार्रवाई होगी और बकायदा उन्होंने आने वाले 3 महीने वास्ते सील कर दिता जाएगा। वीकली मार्केट्स अपनियां मंडियां वगैरह जिहड़ियां ने ये सब बंद रहणगियां। हर तरह की सोशल कल्चरल स्पोर्ट्स गैदरिंग्स के उत्ते जिहड़ा है बैन रहेगा। जे किसी ने कोई जिहड़ी है ज़रूरी अहम इहो जिहा है भी उन्होंने अवॉइड नहीं किया जा सकता, वो डिप्टी कमिश्नर की प्रवानगी तो बिना वो फंक्शन नहीं किया जा सकता। और उस तो बाद सारियां पोलिटिकल गैदरिंग्स जिहड़ियां ने वो भी बैन कीतियां होईयां ने। और जिहड़ा है लार्ज गैदरिंग्स जिहड़े लोग जाणगे उन्होंने 5 दिन का जिहड़ा है होम आइसोलेशन होम क्वारंटाइन जिहड़ा है वो करना पएगा। ऑल एजुकेशनल इंस्टीट्यूशन स्कूल्स एंड कॉलेजेस जिहड़े है ये बंद रहणगे, पर इन्हां दे जिहड़े गवर्नमेंट के स्कूल्स ने उत्थे टीचर्स जिहड़े हैगे ने उन्होंने नॉन टीचिंग स्टाफ नूं उन्होंने अटेंड करने लई कहा गया हैगा। और इहदे च कोशिश ज़्यादा तो ज़्यादा ही की जाए, जे साडा ऑनलाइन टीचिंग सिस्टम हो सकता है तो उन्होंने प्रैफरेंस दी जाए, ताकि गैदरिंग क्योंकि जोड़े भी कोई टीचर साहबान आउणगे जाणगे वो अपने आप को एक्सपोज करनगे। ये देख के जिहड़ा है कोशिश करो कि वध तो वध ऑनलाइन टीचिंग के उत्ते ही आपां फोकस करिए। जिन्ने भी मैडिकल ते नर्सिंग कॉलेजेस ने वो खुले रहणगे, क्योंकि उन्होंने जिहड़े पढ़ते स्टूडेंट्स है उन्होंने किसी टाइम भी सानू जिहड़ा है इस कोविड नाल पैंडेमिक नाल लड़ाई करने की लोड़ पै सकती हैगी है। हर तरह के रिक्रूटमेंट एग्जाम्स पोस्टपोन कर दिते गए हैं। प्राइवेट ऑफिसेस जिहड़े ने इंकलूडिंग इंडस्ट्री आर्कीटैक्ट चार्टर्ड अकाउंटेंट्स इंश्योरेंस कंपनीज ये सारिਆਂ ਨੂੰ कहा गया है कि अपना जिहड़ा है तुसीं वर्क फ्रॉम होम करो जिथे जिथे पॉसीबल है। इंडस्ट्रीज़ ਨੂੰ ਅਸੀਂ ਚੱਲਣ ਦੀ फैक्ट्रीज़ ਨੂੰ आग्या ਦਿੱਤੀ है, ਉਹਨਾਂ ਦੇ ਜਿਹੜਾ ਹੈ ਆਪਣੇ ਕੰਮਕਾਰ ਜਿੱਥੇ ਲੇਬਰ ਆ ਰਹੀ ਹੈ, ਲੇਕਿਨ ਉਹ ਲੇਬਰ ਦੇ ਕੋਲ ਇੰਡਸਟਰੀ ਦੇ ਲੈਟਰ ਪੈਡ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਕਿਹੜੇ ਮੁਲਾਜ਼ਮਾਂ ਨੂੰ ਉਹਨਾਂ ਨੇ ਅਲਾਉ ਕੀਤਾ, ਤਾਂ ਕਿ ਨਾਕਿਆਂ ਦੇ ਉੱਤੇ ਉਸ ਚੀਜ਼ ਨੂੰ ਦਿਖਾ ਸਕਣ। ਜੇ ਕੋਈ ਵੀ ਸਰਕਾਰੀ ਮੁਲਾਜ਼ਮ ਬਾਹਰ ਜਾ ਰਿਹਾ ਹੈ, ਵੱਖਰੇ ਤੌਰ ਤੇ ਕਿਸੇ ਨੂੰ ਕੋਈ ਕਰਫਿਊ ਪਾਸ ਜਾਰੀ ਨਹੀਂ ਕੀਤੇ ਜਾ ਰਹੇ, ਉਹਨਾਂ ਨੂੰ ਹਦਾਇਤ ਇਹ ਹੈ ਕਿ ਹਰ ਇੱਕ ਸਰਕਾਰੀ ਮੁਲਾਜ਼ਮ ਆਪਣੇ ਪਾਸ ਆਪਣਾ ਆਇਡੈਂਟੀਟੀ ਕਾਰਡ ਜ਼ਰੂਰ ਰੱਖੇ, ਤਾਂ ਕਿ ਜਦੋਂ ਵੀ ਉਹਨੂੰ ਕੋਈ ਨਾਕੇ ਤੇ ਰੋਕਦਾ ਤੇ ਉਹਨੂੰ ਆਇਡੈਂਟੀ ਕਾਰਡ ਆਪਣਾ ਉਹ ਦਿਖਾ ਦੇਣ। वैक्सीनेशन वास्ते जिहड़ा है वो ऑलरेडी असी सारिਆਂ ਨੂੰ ਕਿਹਾ हैगा कि वैक्सीनेशन हर मुलाजम अपनी करवावे। और जिहड़ा है वध तो वध इस वेले वैक्सीनेशन साडी हो रही है, लेकिन कई बार वैक्सीनेशन की सप्लाई घाट होने करके थोड़ा डिप आया। सारिਆਂ ਨੂੰ यही बेनती है कि वध तो वध अपनी ऑक्सीजन करवाउण। माइक्रो कंटेनमेंट जोनस जिहड़े बनाए जा रहे हैं उन्हां दे विच जिहड़ा है सख्ती दे नाल पालना करन दी हदायत की गई कि उत्ते प्रॉपर सख्ती की जाए, टू एंड फ्रो मूवमेंट ना करन दित्ती जाए और उत्थे वध तो वध लोकां दी जिहड़ी है सैंपलिंग की जाए। सरकारी दफ्तरां दे विच लोकां दे आम ਕੰਮਾਂ ਕਾਰਾਂ ਜਿਹੜੇ ਆ ਰਹੇ ਨੇ शिकायतों के ग्रीवेंस रिड्रेसल ਲਈ उन्होंने असी ये कह रहे हैं कि अपनी ऑनलाइन ग्रीवेंसिस ही अपन जड़ियाँ ऑनलाइन देन। जे बहुत कोई एमरजेंसी है तो फिर ही सरकारी दफ्तर च वो जान। सो ये हदायत असी जड़ा है अपनी पुलिस अथॉरिटीज़ तक पहुँच कर दित्तियां ने और इन्हां दी अज तो ही सख्ती दे नाल पालना जिहड़ी है वो शुरू कर दी जाएगी। मेरी सारिਆਂ ਨੂੰ बेनती है कि आने वाले 15-20 दिन एक महीना बहुत अहम है। सारे परिवार अपनी जिम्मेवारी समझन और अपने परिवारिक मैंबरों के उत्ते आपां कंट्रोल रखिए, क्योंकि इस लड़ाई दे नाल सानू हर बंदे का सहयोग चाहिए है और बिना सहयोग के लड़ाई नहीं लड़ी जा सकती। और सारिਆਂ ਨੂੰ ये बेनती है कि जे किसी का कोई परिवारिक मैंबर अपने आप नू बीमार समझ रहा है, उन्होंने साह की कोई तकलीफ है, तो घर ही बैठ के इलाज करने की बजाय अपने संबंधित हस्पतालों पहुँचो। जे किसी को कोई समर्था नहीं है और उन्होंने कोई प्राइवेट हॉस्पिटल जिहड़ा एंटरटेन नहीं कर रहा, कृपा करके साडे गवर्नमेंट मैडिकल कॉलेज अप्रोच की जाए। सो इन्हां शब्दों नाल उम्मीद करदा है कि सारे अमृतसर वासी जिहड़ा है इस चीज़ का सानू सहयोग देंगे प्रशासन नू। और जे असी आने वाले 15 दिन ये संयम वरत लिया और अपने ते डिसिपलिन कायम रख लिया तो ये शायद अज दे जिहड़े हालात ने अज तो 15 या 20 दिनों बाद आपां नूं बदले हुए नज़र आउणगे। धन्नवाद। जय हिंद। इन्हां दा शेयर